ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ, ਜਿਹਦੇ ਕਰਕੇ ਸੜਕਾਂ ਗਿੱਲੀਆਂ ਰਹੀਆਂ, ਜਨ ਜੀਵਨ ਪ੍ਰਭਾਵਿਤ ਰਿਹਾ। ਠੰਡ ਵਾਹਵਾ ਰਹੀ ਆ, ਪਰ ਧੁੰਦ ਕਾਫੀ ਘੱਟ ਸੀ। ਜਿਹੜੀ ਸਾਨੂੰ ਜਾਣਕਾਰੀ ਮਿਲੀ ਹੈ ਟਿੱਕਰੀ ਤੇ ਸਿੰਘੂ ਬਾਰਡਰ ਤੋਂ, ਉੱਥੇ ਵੀ ਲਗਾਤਾਰ ਰੁਕ ਰੁਕ ਕੇ ਮੀਂਹ ਪੈ ਰਿਹਾ, ਜਿਹਦੇ ਕਰਕੇ ਕਾਫੀ ਕਿਸਾਨ ਪ੍ਰਭਾਵਿਤ ਹੋ ਰਹੇ। ਪਰ ਉਹਨਾਂ ਦਾ ਹੌਸਲਾ ਬੁਲੰਦ ਹੈ। ਬੇਸ਼ੱਕ ਤਰਪਾਲਾਂ ਦੇ ਵਿੱਚ ਦੀ ਟਰਾਲੀਆਂ ਦੇ ਵਿੱਚ ਪਾਣੀ ਟਪਕ ਰਿਹਾ, ਕਿਉਂਕਿ ਤਰਪਾਲਾਂ ਦੇ ਵਿੱਚ ਮੋਰੀਆਂ ਨਿਕਲ ਗਈਆਂ ਜਾਂ ਕੋਈ ਹੋਰ ਕਾਰਨ ਬਣ ਗਿਆ, ਪਰ ਫਿਰ ਵੀ ਹੌਸਲੇ ਬੁਲੰਦ ਹੈ। ਭਾਵੇਂ ਉੱਥੇ ਰਜਾਈਆਂ ਭਿੱਜ ਗਈਆਂ, ਪਰ ਹੌਸਲੇ ਬੁਲੰਦ ਹੈ। ਭਾਵੇਂ ਉੱਥੇ ਲੀੜਾ ਲੱਤਾ ਭਿੱਜ ਗਿਆ, ਭਾਵੇਂ ਉੱਥੇ ਸਟੇਜ ਲੰਘੇ ਕੱਲ੍ਹ ਨਹੀਂ ਲੱਗੀ, ਪਰ ਇਸ ਦੇ ਬਾਵਜੂਦ ਹੌਸਲੇ ਬੁਲੰਦ ਹੈ। ਜਦੋਂ ਵੀ ਮੀਂਹ ਹਟਦਾ, ਆਲੇ ਦੁਆਲੇ ਜਿਹੜਾ ਚਿੱਕੜ ਚੁੱਲ੍ਹਾ ਹੋਇਆ ਉਹਨੂੰ ਪਰੇ ਹਟਾਉਣ ਦਾ ਕੰਮ ਛਿੜ ਪੈਂਦਾ। ਯਾਨੀ ਕਿ ਡਟੇ ਹੋਏ ਆ ਕਿਸਾਨ ਲਗਾਤਾਰ। ਤੇ ਉਹਨਾਂ ਨੇ ਇਹ ਗੱਲ ਕਹੀ ਹੈ, ਜਿਵੇਂ ਸਿਆਣੇ ਕਹਿੰਦੇ ਹੁੰਦੇ ਸ਼ੁੱਧ ਸ਼ਬਦਾਂ ਦੇ ਵਿੱਚ, ਵੀ ਜੇਕਰ ਕੇਂਦਰ ਦੀ ਸਰਕਾਰ ਨਹੀਂ ਮੰਨਦੀ ਤਾਂ ਫਿਰ ਪੰਜੀ ਦਾ ਭੌਣ ਦਿਖਾਉਣ ਨੂੰ ਅਸੀਂ ਵੀ ਤਿਆਰ ਬਰ ਤਿਆਰ ਹੈਗੇ ਹਾਂ। ਕਹਿਣ ਦਾ ਭਾਵ ਇਹ ਹੈ ਕਿ ਆਉਂਦੇ ਸਮੇਂ ਦੇ ਵਿੱਚ ਕਿਸਾਨ ਸੰਘਰਸ਼ ਹੋਰ ਮੰਗਣਾ, ਹੋਰ ਭਖਣਾ। ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੀਂਹ ਪੈਣ ਦੀ ਸੰਭਾਵਨਾ। ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਝੜੀ ਵਰਗਾ ਮਾਹੌਲ ਬਣਿਆ ਪਿਆ। ਲਗਾਤਾਰ ਭੂਰਜੀ ਪੈ ਰਹੀ ਹੈ, ਲਗਾਤਾਰ ਝੜੀ ਲੱਗੀ ਹੋਈ ਹੈ, ਜਿਹਦੇ ਕਰਕੇ ਇਸ ਵਕਤ ਬੇਸ਼ੱਕ ਕਣਕ ਦੀ ਫਸਲ ਨੂੰ ਤਾਂ ਪਾਣੀ ਚੰਗਾ ਹੋਵੇ, ਪਰ ਉੱਦਾਂ ਕਾਫੀ ਹੈ ਜਿਹੜਾ ਉਹ ਚਿੱਕੜ ਚੁੱਲ੍ਹਾ ਜਿਹਾ ਹੋਣ ਕਰਕੇ ਤੇ ਲੋਕ ਪ੍ਰਭਾਵਿਤ ਹੋਏ ਆ। ਤਿਲਕਣਬਾਜ਼ੀ ਜੀ ਹੋਈ ਪਈ ਆ। ਸੋ ਜਿਹੜੀ ਪਹਿਲੀ ਵੱਡੀ ਖਬਰ ਆ, ਉਹਦੇ ਤੋਂ ਪਹਿਲਾਂ ਇੱਕ ਹੋਰ ਗੱਲ ਕਰਨੀ ਬਣਦੀ ਹੈ। ਪੁਲਿਸ ਦੇ ਵੱਲੋਂ ਇੱਕ ਗਾਇਕ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹਦਾ ਨਾਂ ਹੈਗਾ ਸ਼੍ਰੀ ਬਰਾੜ। ਉਹਦਾ ਇੱਕ ਗਾਣਾ ਪਿੱਛੇ ਜੇ ਰਿਲੀਜ਼ ਹੋਇਆ, ਜਿਹਦੇ ਵਿੱਚ ਉਹਨੇ ਹਿੰਸਾ ਦੀ ਗੱਲ ਕੀਤੀ ਹੈ। ਇੱਕ ਡੱਬ 'ਚ ਤੇ ਦੂਜਾ ਗੱਡੀ 'ਚ ਦੋ ਰੱਖਦਾ ਹਥਿਆਰ ਵੇ। ਇਸ ਕਲਾਕਾਰ ਨੂੰ ਇਸ ਕਰਕੇ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਇਹਨੇ ਵੀਡੀਓ ਦੇ ਵਿੱਚ ਪੁਲਿਸ ਨੂੰ ਨੀਵਾਂ ਦਿਖਾਇਆ। ਪਰ ਕਮਾਲ ਦੀ ਗੱਲ ਇਹ ਹੈ, ਜਿਹੜੀ ਕਿ ਤੁਹਾਨੂੰ ਵੀ ਸ਼ਾਇਦ ਅਚੰਭਿਤ ਕਰੇ। ਕੁਝ ਕੁ ਸਮਾਂ ਪਹਿਲਾਂ ਕਿਸਾਨਾਂ ਦੇ ਮਨੋਬਲ ਨੂੰ ਵਧਾਉਣ ਵਾਲਾ ਮੈਨੂੰ ਨਿੱਜੀ ਤੌਰ ਦੇ ਉੱਤੇ ਬਹੁਤ ਚੰਗਾ ਗਾਣਾ ਲੱਗਾ। ਸਭ ਨੂੰ ਹੀ ਲੱਗਾ ਹੋਊਗਾ, ਕਿਉਂਕਿ ਉਹਦੇ ਬਹੁਤ ਵੱਡੇ ਪੱਧਰ ਦੇ ਉੱਤੇ ਮਿਲੀਅਨਾਂ ਦੇ ਵਿੱਚ ਵਿਊ ਹੋਏ ਆ। ਉਸ ਗਾਣੇ ਦੇ ਬੋਲ ਸੀ ਕਿ ਸਵਰਾਜਾਂ ਪਿੱਛੇ ਬੈਰੀਕੇਡ ਪਾਏ ਹੋਏ ਆ ਤੇ ਜੱਟੀਏ ਪੰਜਾਬੋਂ ਜੱਟ ਆਏ ਹੋਏ ਆ, ਵਿਕ ਗਿਆ ਭਾਵੇਂ ਇੰਡੀਆ ਦਾ ਮੀਡੀਆ। ਤੇ BBC ਦੇ ਉੱਤੇ ਝੋਟੇ ਛਾਏ ਹੋਏ ਆ। ਯਾਨੀ ਕਿ BBC ਦੇ ਉੱਤੇ ਜੱਟ ਆ, ਜਿਹੜੇ ਕਿਸਾਨ ਆ, ਜਿਹੜੇ ਖੇਤ ਮਜ਼ਦੂਰ ਆ, ਜਿਹੜੇ ਉਹ ਇਸ ਵਕਤ ਛਾਏ ਹੋਏ ਆ। ਇਸ ਗਾਣੇ ਨੂੰ ਵੀ ਇਸੇ ਕਲਾਕਾਰ ਨੇ ਗਾਇਆ ਸੀ, ਪਰ ਜਦੋਂ ਉਹੋ ਜਿਹੇ ਗਾਣੇ ਗਾਉਣ ਕਰਕੇ, ਕਿਸਾਨੀ ਦਾ ਮਨੋਬਲ ਉੱਚਾ ਕਰਨ ਕਰਕੇ ਬੰਦੇ ਦੀ ਸਿਫਤ ਹੋ ਰਹੀ ਹੋਵੇ, ਉਸ ਵਕਤ ਆ ਹਿੰਸਕ ਪੱਧਰ ਦੇ ਗੀਤ ਗਾਉਣੇ ਤੇ ਇੱਕ ਥਾਂ ਦੇ ਉੱਤੇ ਪੁਲਿਸ ਥਾਣੇ 'ਚ ਜਾ ਕੇ ਦੋ ਗੋਲੀਆਂ ਚਲਾਉਣੀਆਂ, ਦੋ ਗੱਲਾਂ ਵਿਖਾਉਣੀਆਂ ਤੇ ਇੱਦਾਂ ਦੀਆਂ ਊਟ ਪਟਾਂਗ ਦੀਆਂ ਗੱਲਾਂ ਕਰਨੀਆਂ, ਇਹ ਸਾਡੇ ਕਲਾਕਾਰਾਂ ਨੂੰ ਸ਼ੋਭਦਾ ਨਹੀਂ। ਕਲਾਕਾਰਾਂ ਨੇ ਇਸ ਅੰਦੋਲਨ ਦੇ ਵਿੱਚ ਬਹੁਤ ਵੱਡਾ ਉੱਚਾ ਸੁੱਚਾ ਯੋਗਦਾਨ ਪਾਇਆ। ਅਸੀਂ ਸਭ ਦਾ ਧੰਨਵਾਦ ਕਰਦੇ ਹਾਂ, ਪਰ ਗਾਉਣ ਵਾਲਿਆਂ ਨੂੰ ਇਹੋ ਜਿਹੀਆਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਅੱਗੇ ਕਿਹੜਾ ਪੰਜਾਬ ਦੇ ਵਿੱਚ ਬਹੁਤ ਸ਼ਾਂਤੀ ਆ ਵੀ ਜਿਹੜਾ ਅਸੀਂ ਇਹ ਗੱਲ ਕਹੀਏ ਜੀ ਕਿ ਯਾਰ ਤਾਂ ਇਉਂ ਹੀ ਕਰਦੇ ਹੁੰਦੇ ਆ, ਇਸ ਕਰਕੇ ਸੰਭਲ ਕੇ ਚੱਲਣਾ ਚਾਹੀਦਾ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਯੋਗੇਂਦਰ ਯਾਦਵ ਦੇ ਹਵਾਲੇ ਨਾਲ ਆਈ ਹੈ। ਅੱਜ ਕਿਸਾਨਾਂ ਨੇ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਹੈ। ਇਸ ਮੀਟਿੰਗ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਦਿੱਲੀ ਨੂੰ ਘੇਰਾ ਪਾਉਣ ਵਾਸਤੇ ਜਿਹੜਾ 6 ਤਰੀਕ ਨੂੰ ਟਰੈਕਟਰ ਮਾਰਚ ਕੱਢਣਾ ਸੀਗਾ, ਮੌਸਮ ਦੀ ਖਰਾਬੀ ਦੇ ਕਰਕੇ ਇਹ 7 ਤਰੀਕ ਨੂੰ ਹੁਣ ਕੱਢਿਆ ਜਾਊਗਾ। ਪਰ ਯੋਗੇਂਦਰ ਯਾਦਵ ਹੋਰਾਂ ਨੇ ਗੱਲ ਕਹੀ ਹੈ ਕਿ 8 ਤਰੀਕ ਦੀ ਮੀਟਿੰਗ ਤੋਂ ਪਹਿਲਾਂ ਕੱਢਿਆ ਜਾਣ ਵਾਲਾ ਇਹ ਮਾਰਚ ਆ ਜਿਹੜਾ ਕਈ ਭੁਲੇਖੇ ਕੱਢੂਗਾ ਤੇ ਇਹ ਇੱਕ ਟ੍ਰੇਲਰ ਹੋਊਗਾ 26 ਜਨਵਰੀ ਦੇ ਮੱਦੇਨਜ਼ਰ, ਕਿਉਂਕਿ 26 ਤਰੀਕ ਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਆ ਜਿਹੜੇ ਉਹ ਪਰੇਡ ਦੇ ਲਈ ਦਿੱਲੀ ਦੇ ਵਿੱਚ ਵੜਨਗੇ, ਤਿਰੰਗੇ ਝੰਡੇ ਲਾ ਕੇ ਵੜਨਗੇ, ਖੇਤ ਮਜ਼ਦੂਰ ਯੂਨੀਅਨ ਦੇ, ਕਿਸਾਨ ਯੂਨੀਅਨ ਦੇ ਝੰਡੇ ਲਾ ਕੇ ਵੜਨਗੇ। ਇਸ ਕਰਕੇ ਇਹ ਇੱਕ ਟ੍ਰੇਲਰ ਹੋਊਗਾ। ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕਹੀਆਂ, ਪਰ ਇਹਦੇ ਨਾਲ ਸੰਬੰਧਿਤ ਇੱਕ ਹੋਰ ਬੜੀ ਮਹੱਤਵਪੂਰਨ ਖਬਰ ਆਈ ਹੈ, ਜਿਹੜੀ ਕਿ ਸ਼ਾਇਦ ਤੁਹਾਨੂੰ ਵੀ ਅਚੰਭਿਤ ਕਰੇ। ਪਿਛਲੇ ਕੁਝ ਕੁ ਸਮੇਂ ਤੋਂ ਕੇਂਦਰ ਦੀ ਸਰਕਾਰ ਦਾ ਪੂਰਾ ਜ਼ੋਰ ਲੱਗਾ ਸੀ, ਸੱਦਾ ਪੱਤਰ ਲਗਾਤਾਰ ਭੇਜੇ ਜਾ ਰਹੇ ਸੀ ਕਿ ਬਰਤਾਨੀਆ ਦੇ, ਇੰਗਲੈਂਡ ਦੇ ਪ੍ਰਧਾਨ ਮੰਤਰੀ ਜਿਹੜੇ ਬੋਰਿਸ ਜੌਨਸਨ, ਉਹ ਭਾਰਤ ਦੇ ਵਿੱਚ ਆਉਣ 26 ਜਨਵਰੀ ਦੇ ਮੌਕੇ। ਤੇ ਲਗਾਤਾਰ ਕਿਸਾਨ ਆਗੂਆਂ ਦੇ ਵੱਲੋਂ ਚਿੱਠੀਆਂ ਲਿਖੀਆਂ ਜਾ ਰਹੀਆਂ ਸੀ ਇੰਗਲੈਂਡ ਦੇ ਮੈਂਬਰ ਪਾਰਲੀਮੈਂਟਾਂ ਨੂੰ ਕਿ ਤੁਸੀਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਭਾਰਤ ਦੇ ਵਿੱਚ ਆਉਣ ਤੋਂ ਰੋਕੋ, ਕਿਉਂਕਿ ਕਿਸਾਨਾਂ ਦਾ ਇੱਥੇ ਬੁਰਾ ਹਾਲ ਹੋਇਆ ਪਿਆ। ਪੁਲਿਸ ਅਤਿਆਚਾਰ ਕਰ ਰਹੀ ਹੈ, ਸਰਕਾਰ ਅਤਿਆਚਾਰ ਕਰ ਰਹੀ ਹੈ। ਤੇ ਕਿਸਾਨਾਂ ਦੀ ਇਹ ਗੱਲ ਸ਼ਾਇਦ ਸੁਣੀ ਗਈ ਹੈ ਜਾਂ ਕੋਈ ਹੋਰ ਕਾਰਨ ਬਣ ਗਿਆ। ਬੋਰਿਸ ਜੌਨਸਨ ਨੇ 26 ਜਨਵਰੀ ਦੇ ਮੌਕੇ, ਗਣਤੰਤਰ ਦਿਵਸ ਦੇ ਮੌਕੇ ਭਾਰਤ ਦੇ ਵਿੱਚ ਆਉਣ ਤੋਂ ਉੱਕੀ ਨਾ ਕਰ ਦਿੱਤੀ ਹੈ, ਕੋਰੀ ਨਾ ਕਰ ਦਿੱਤੀ ਹੈ। ਬੇਸ਼ੱਕ ਬਹਾਨਾ ਉਹਨਾਂ ਨੇ ਇਹ ਲਾਇਆ ਕਿ ਜੀ ਬਹੁਤ ਵੱਡੇ ਪੱਧਰ ਦੇ ਉੱਤੇ ਕਰੋਨਾ ਫੈਲ ਰਿਹਾ ਇੰਗਲੈਂਡ ਦੇ ਵਿੱਚ, ਇਸ ਵਕਤ ਲੋਕਡਾਊਨ ਦੀ ਸਥਿਤੀ ਹੈ, ਪਲ ਪਲ ਦੇ ਉੱਤੇ ਮੈਂ ਨਜ਼ਰ ਰੱਖਣੀ ਹੁੰਦੀ ਹੈ, ਇਸ ਕਰਕੇ ਇੰਗਲੈਂਡ ਦੇ ਵਿੱਚੋਂ ਭਾਰਤ ਦੇ ਵਿੱਚ ਨਹੀਂ ਜਾ ਸਕਦਾ। ਪਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਗੱਲ ਕਹੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਜਦੋਂ ਹੁਣ ਨਾਦਰਸ਼ਾਹੀ ਫਰਮਾਨ ਸੁਣਾਏ ਜਾ ਰਹੇ ਆ, ਜਦੋਂ ਹਿਟਲਰਸ਼ਾਹੀ ਨੀਤੀ ਅਪਣਾਈ ਹੋਈ ਹੈ, ਇਸ ਕਰਕੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਇੱਥੇ ਆਉਣ ਤੋਂ ਇਨਕਾਰ ਕਰ ਦਿੱਤਾ। ਅਕਾਲੀ ਦਲ ਨੇ ਵੀ ਇਸ ਮੁੱਦੇ ਨੂੰ ਚੁੱਕਿਆ ਤੇ ਬਾਕੀ ਕਈ ਰਾਜਨੀਤਿਕ ਪਾਰਟੀਆਂ ਨੇ ਵੀ ਇਹ ਗੱਲ ਕਹੀ ਹੈ ਕਿ ਹੁਣ ਤਾਂ
ਪ੍ਰਧਾਨ ਮੰਤਰੀ ਮੋਦੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਵੱਖ-ਵੱਖ ਦੇਸ਼ਾਂ ਦੇ ਪ੍ਰਧਾਨ ਮੰਤਰੀ ਇੱਥੇ ਆਉਣ ਤੋਂ ਗੁਰੇਜ਼ ਕਰਨ ਲੱਗ ਪਏ ਆ। ਇਹ ਇੱਕ ਬਹੁਤ ਵੱਡਾ ਝਟਕਾ ਜਿਹੜਾ ਉਹ ਦੇਸ਼ ਦੀ ਸਰਕਾਰ ਦੇ ਲਈ, ਭਾਰਤ ਦੇ ਪ੍ਰਧਾਨ ਮੰਤਰੀ ਲਈ ਮੰਨਿਆ ਜਾ ਰਿਹਾ ਕਿ ਇੰਗਲੈਂਡ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਐਨ ਮੌਕੇ ਦੇ ਉੱਤੇ ਜਵਾਬ ਦਿੱਤਾ ਗਿਆ, ਕਿਉਂਕਿ ਮੰਨਿਆ ਇਹ ਜਾ ਰਿਹਾ ਸੀ ਵੀ ਜੇਕਰ ਇੰਗਲੈਂਡ ਦੇ ਪ੍ਰਧਾਨ ਮੰਤਰੀ ਇੱਥੇ ਆ ਜਾਂਦੇ ਆ ਤਾਂ ਉਸ ਤੋਂ ਬਾਅਦ ਭਾਰਤ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਚਰਚਾ ਛਿੜੂਗੀ, ਕਿਉਂਕਿ ਜਦੋਂ ਲੱਖਾਂ ਟਰੈਕਟਰ ਵੜ ਗਿਆ ਦਿੱਲੀ ਦੇ ਵਿੱਚ ਤਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਗੱਲ ਜਾਣੀ ਆ ਕਿ ਦੇਸ਼ ਦੇ ਵਿੱਚ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਵਾਲੇ ਅੰਨਦਾਤੇ ਦੇ ਨਾਲ ਸਲੂਕ ਕਿਹੋ ਜਿਹਾ ਕੀਤਾ ਜਾ ਰਿਹਾ। ਸ਼ਾਇਦ ਇਸੇ ਕਰਕੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਕੰਨੀ ਕਤਰਾ ਲਈ ਹੋਵੇ, ਜਾਂ ਹੋ ਸਕਦਾ ਸੱਚੀ ਮੁੱਚੀ ਕਰੋਨਾ ਦੀ ਗੱਲ ਵੀ ਹੋਵੇ, ਪਰ ਇਸ ਗੱਲ ਦੀ ਚਰਚਾ ਬਹੁਤ ਵੱਡੇ ਪੱਧਰ ਤੇ ਛਿੜੀ ਹੈ ਕਿ ਭਾਰਤ ਦੀ ਸਰਕਾਰ ਨੂੰ ਇੱਕ ਝਟਕਾ ਲੱਗਾ। ਇੱਥੇ ਮਹਿਮਾਨ ਦੇ ਤੌਰ ਦੇ ਉੱਤੇ ਆਉਣ ਤੋਂ ਵੀ ਇਨਕਾਰ ਕਰ ਦਿੱਤਾ ਹੈ ਬੋਰਿਸ ਜੌਨਸਨ ਨੇ। ਪਹਿਲਾਂ ਇਸ ਖਬਰ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਰਾਕੇਸ਼ ਟਕੈਤ ਹੋਰਾਂ ਨੇ ਤੇ ਜੋਗਿੰਦਰ ਯਾਦਵ ਹੋਰਾਂ ਨੇ 7 ਤਰੀਕ ਦੇ ਟਰੈਕਟਰ ਮਾਰਚ ਦੇ ਬਾਰੇ ਕੀ ਗੱਲਾਂ ਕਹੀਆਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਮੌਸਮ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਨੇ 6 ਜਨਵਰੀ ਦੇ ਟਰੈਕਟਰ ਮਾਰਚ ਦੀ ਤਰੀਕ ਬਦਲ ਦਿੱਤੀ ਹੈ। ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਕਿਹਾ ਕਿ ਹੁਣ 6 ਜਨਵਰੀ ਦੀ ਥਾਂ ਤੇ ਟਰੈਕਟਰ ਮਾਰਚ 7 ਜਨਵਰੀ ਨੂੰ ਸਵੇਰੇ 11 ਵਜੇ ਕਿਸਾਨ ਐਕਸਪ੍ਰੈਸ ਵੇ ਤੇ ਚਾਰੇ ਪਾਸਿਓਂ ਕੀਤਾ ਜਾਵੇਗਾ। ਕੁੰਡਲੀ ਬਾਰਡਰ, ਟਿਕਰੀ ਬਾਰਡਰ, ਗਾਜ਼ੀਪੁਰ ਬਾਰਡਰ ਤੋਂ ਪਲਵਲ ਤੇ ਰਿਵਾਸਨ ਤੋਂ ਪਲਵਲ ਵੱਲ ਟਰੈਕਟਰ ਮਾਰਚ ਹੋਏਗਾ। ਯੋਗੇਂਦਰ ਯਾਦਵ ਨੇ ਕਿਹਾ ਕਿ ਦੇਸ਼ 26 ਜਨਵਰੀ ਨੂੰ ਵੇਖਣ ਜਾ ਰਹੀ ਇਤਿਹਾਸਕ ਗਣਤੰਤਰ ਪਰੇਡ ਦਾ ਟ੍ਰੇਲਰ 7 ਜਨਵਰੀ ਨੂੰ ਵੇਖੇਗਾ। ਕੱਲ੍ਹ ਤੋਂ 2 ਹਫ਼ਤਿਆਂ ਦੇ ਲਈ ਦੇਸ਼ ਦੇ ਵਿੱਚ ਜਾਗਰੂਕਤਾ ਮੁਹਿੰਮ ਪੂਰੇ ਦੇਸ਼ ਦੇ ਅੰਦਰ ਚੱਲੇਗੀ। ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਮੁਜ਼ਾਹਰੇ ਸ਼ੁਰੂ ਹੋ ਚੁੱਕੇ ਨੇ। ਇਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਤਾਂ ਜੋ ਝੂਠ ਦਾ ਪਰਦਾਫਾਸ਼ ਹੋ ਸਕੇ ਕਿ ਇਹ ਅੰਦੋਲਨ ਸਿਰਫ ਪੰਜਾਬ ਤੇ ਹਰਿਆਣੇ ਦਾ ਨਹੀਂ ਹੈ। ਹਰਿਆਣੇ ਦੇ ਕਿਸਾਨ ਆਗੂਆਂ ਨੇ ਕਿਹਾ ਕਿ 26 ਮਾਰਚ ਨੂੰ ਦਿੱਲੀ ਮਾਰਚ ਦੇ ਅੰਦਰ ਹਰਿਆਣੇ ਦੇ ਹਰ ਪਿੰਡ ਤੋਂ 10 ਟਰਾਲੀਆਂ ਤੇ ਇੱਕ ਘਰ ਦਾ ਇੱਕ ਵਿਅਕਤੀ ਮਾਰਚ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਵੇਗਾ। ਅਗਲੇ 15 ਦਿਨਾਂ ਤੱਕ ਘਰ ਘਰ ਜਾ ਕੇ ਜਨ ਜਾਗਰਤੀ ਅਭਿਆਨ ਚਲਾਇਆ ਜਾਵੇਗਾ। ਦੱਸਣਾ ਬਣਦਾ ਹੈ ਕਿ ਸੋਮਵਾਰ ਨੂੰ ਸਰਕਾਰ ਤੇ ਕਿਸਾਨਾਂ ਦਰਮਿਆਨ 7ਵੇਂ ਗੇੜ ਦੀ ਮੀਟਿੰਗ ਹੋਈ ਸੀ। ਉਹਦੇ ਵਿੱਚ ਕੋਈ ਨਤੀਜਾ ਨਹੀਂ ਨਿਕਲਿਆ। ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਹੁਣ 8ਵੇਂ ਗੇੜ ਦਾ ਅਗਲਾ ਦੌਰ 8 ਜਨਵਰੀ ਨੂੰ ਹੋਵੇਗਾ। ਬੈਠਕ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਕੈਤ ਨੇ ਕਿਹਾ ਸੀ ਕਿ ਕਾਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਵੀ ਨਹੀਂ, ਯਾਨੀ ਕਿਸਾਨ ਅਜੇ ਵੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਦੇ ਉੱਤੇ ਅੜੇ ਹੋਏ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਕੇਂਦਰ ਦੀ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਇਗਨੋਰ ਕੀਤਾ ਜਾ ਰਿਹਾ, ਜਿਵੇਂ ਕਿਸਾਨ ਆਗੂਆਂ ਨੂੰ ਟਰਕਾ ਕੇ ਅੱਗੇ ਤੋਂ ਅੱਗੇ ਤਰੀਕਾਂ ਮੀਟਿੰਗਾਂ ਦੇ ਲਈ ਪਾਈਆਂ ਜਾ ਰਹੀਆਂ, ਉਵੇਂ ਕਿਸਾਨਾਂ ਦੇ ਹੌਸਲੇ ਜਿਹੜੇ ਬੁਲੰਦ ਹੁੰਦੇ ਜਾ ਰਹੇ ਆ, ਉਵੇਂ ਗੁੱਸਾ ਵੀ ਹੈ ਜਿਹੜਾ ਉਹ ਲਗਾਤਾਰ ਪ੍ਰਚੰਡ ਹੁੰਦਾ ਜਾ ਰਿਹਾ। ਕਿਉਂਕਿ ਜੇਕਰ ਕੇਂਦਰ ਦੀ ਸਰਕਾਰ ਮੰਗ ਮੰਨ ਲੈਂਦੀ ਤਾਂ ਮਨ ਦੇ ਵਿੱਚ ਇਹ ਗੱਲ ਹੋਣੀ ਸੀ ਕਿ ਇਹਨਾਂ ਨੇ ਬੇਸ਼ੱਕ ਵਧੀਕੀ ਕੀਤੀ, ਮੰਨਤਾ ਲਈ ਸਾਡੀ ਗੱਲ ਇਸ ਕਰਕੇ ਖਤਮ। ਪਰ ਜਿਵੇਂ ਉਹ ਤੰਗ ਪਰੇਸ਼ਾਨ ਕਰਦੇ ਆ, ਜਿਵੇਂ ਸਾਡੇ ਕਿਸਾਨਾਂ ਦੀ ਮੌਤ ਹੋ ਰਹੀ ਆ, ਲਗਾਤਾਰ ਕਿਸਾਨ ਵੀਰ ਸ਼ਹੀਦ ਹੋ ਰਹੇ ਆ, ਉਵੇਂ ਗੁੱਸੇ ਦੀ ਲਹਿਰ ਆ ਜਿਹੜੀ ਉਹ ਭਾਂਬੜ ਦੇ ਰੂਪ ਦੇ ਵਿੱਚ ਸਾਹਮਣੇ ਆ ਰਹੀ ਆ। ਅੱਜ ਮਹਾਰਾਸ਼ਟਰ ਤੋਂ ਦਿੱਲੀ ਦੇ ਵਿੱਚ ਕਈ ਕਿਸਾਨ ਆਗੂ ਪਹੁੰਚੇ ਆ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਵੀ ਤੁਹਾਡੇ ਨਾਲ ਆ, ਇਹ 1 2 3 ਸੂਬਿਆਂ ਦਾ ਅੰਦੋਲਨ ਨਹੀਂ ਆ, ਅਸੀਂ ਬਿਲਕੁਲ ਨਾਲ ਆ, ਬੇਫਿਕਰ ਰਹੋ, ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਤੇ ਕੇਂਦਰ ਦੀ ਹਕੂਮਤ ਨੂੰ ਅਸੀਂ ਨੀਵੇਂ ਹੋਣ ਦੇ ਲਈ ਮਜਬੂਰ ਕਰਾਂਗੇ, ਧੌਣ ਦੇ ਵਿੱਚ ਫਸਿਆ ਹੋਇਆ ਕੀਲਾ ਕੱਢਾਂਗੇ। ਉਸ ਤੋਂ ਅਗਲੀ ਗੱਲ ਇਹ ਹੈ ਕਿ ਹੁਣ ਜਦੋਂ 7 ਤਰੀਕ ਨੂੰ ਟਰੈਕਟਰ ਮਾਰਚ ਹੋਣਾ, ਉਹਦੇ ਨਾਲ ਪਤਾ ਲੱਗ ਜਾਣਾ ਕੇਂਦਰ ਦੀ ਸਰਕਾਰ ਨੂੰ ਵੀ ਕਿਸਾਨਾਂ ਦੇ ਵਿੱਚ ਦਮ ਕਿੰਨਾ। ਪਰ ਲਗਾਤਾਰ ਇਸ ਗੱਲ ਦੀ ਵੀ ਮੰਗ ਕੀਤੀ ਜਾ ਰਹੀ ਹੈ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿ ਹਰ ਪਿੰਡ ਦੇ ਵਿੱਚ ਜਿੰਨੇ ਵੀ ਟਰੈਕਟਰ ਹੈਗੇ ਆ, ਜਿੰਨੇ ਤੁਹਾਡੇ ਸਰਦੇ ਆ, ਜੋ ਤੁਸੀਂ ਵੱਧ ਤੋਂ ਵੱਧ ਕਰ ਸਕਦੇ ਆ, ਉਹ ਲੈ ਕੇ ਟਰੈਕਟਰ ਦਿੱਲੀ ਪਹੁੰਚੋ। ਆਪਾਂ 26 ਜਨਵਰੀ ਨੂੰ ਇੱਕ ਇਹੋ ਜਿਹੀ ਫਿਲਮ ਪੇਸ਼ ਕਰਨੀ ਆ ਜਿਹਦਾ ਟ੍ਰੇਲਰ ਹੈ ਜਿਹੜਾ ਉਹ 7 ਤਰੀਕ ਨੂੰ ਜਾਰੀ ਹੋ ਜਾਣਾ ਟਰੈਕਟਰ ਮਾਰਚ ਦੇ ਰੂਪ ਦੇ ਵਿੱਚ। ਪਰ ਪਰੇਡ ਦੇ ਰੂਪ ਦੇ ਵਿੱਚ ਇੰਨੇ ਕੁ ਟਰੈਕਟਰ ਹੋਣ, 1 ਲੱਖ ਨਹੀਂ, 2 ਲੱਖ ਨਹੀਂ, 2.5 ਲੱਖ ਤੋਂ ਉੱਪਰ ਜੇਕਰ ਟਰੈਕਟਰ ਹੋ ਜਾਣ ਤਾਂ ਕੇਂਦਰ ਨੂੰ ਇੱਕ ਇਹੋ ਜਿਹਾ ਵਕਤ ਪਊਗਾ, ਦਿੱਲੀ ਦੀ ਹਕੂਮਤ ਨੂੰ ਇੱਕ ਇਹੋ ਜਿਹੀ ਤਰੇਲੀ ਆਊਗੀ ਜਿਹੜੀ ਸ਼ਾਇਦ ਉਹ ਲੰਮਾ ਸਮਾਂ ਭੁੱਲੇ ਨਾ ਕਦੇ, ਉਹ ਤਰੇਲੀ ਉਹਨੂੰ ਲੰਮਾ ਸਮਾਂ ਪਰੇਸ਼ਾਨ ਕਰਦੀ ਰਹੇ। ਸੋ ਇਸ ਵਕਤ ਜ਼ਰੂਰਤ ਵੀ ਇਸ ਗੱਲ ਦੀ ਹੈ, ਕਿਉਂਕਿ ਜਦੋਂ ਕਿਸਾਨ ਅੰਦੋਲਨ ਨੂੰ ਸ਼ਾਹੀਨ ਬਾਗ ਵਰਗਾ ਅੰਦੋਲਨ ਸਮਝਿਆ ਜਾ ਰਿਹਾ ਤਾਂ ਉਸ ਵਕਤ ਭਖਵੇਂ ਤੌਰ ਦੇ ਉੱਤੇ ਕੁਝ ਕਰਨ ਦੀ ਜ਼ਰੂਰਤ ਵੀ ਹੈ। ਸੋ ਇਸ ਕਰਕੇ ਜਿਵੇਂ ਅਸੀਂ ਮੁੱਢ ਦੇ ਵਿੱਚ ਗੱਲ ਕਹੀ ਹੈ ਕਿ ਬੋਰਿਸ ਜੌਨਸਨ ਦਾ ਭਾਰਤ ਦੇ ਵਿੱਚ ਆਉਣ ਤੋਂ ਇਨਕਾਰ ਕਰਨਾ, ਨਾ ਕਰ ਦੇਣਾ ਮੌਕੇ ਦੇ ਉੱਤੇ, ਇਹ ਵੀ ਇੱਕ ਕੇਂਦਰ ਦੇ ਲਈ ਝਟਕੇ ਵਾਲੀ ਗੱਲ ਹੈ। ਇਸ ਵਕਤ ਲਗਾਤਾਰ ਪੂਰੇ ਭਾਰਤ ਦੇ ਵਿੱਚੋਂ ਕਿਸਾਨਾਂ ਦਾ ਦਿੱਲੀ ਦੇ ਵਿੱਚ ਆ ਕੇ ਹੱਦਾਂ ਦੇ ਉੱਤੇ ਬੈਠ ਜਾਣਾ, ਇਹ ਵੀ ਇੱਕ ਬਹੁਤ ਵੱਡੀ ਚੁਣੌਤੀ ਦੀ ਗੱਲ ਹੈ। ਲਗਾਤਾਰ ਕੇਂਦਰ ਦੇ ਮੰਤਰੀਆਂ ਦੇ ਵੱਲੋਂ ਮੀਟਿੰਗਾਂ ਸੱਦੀਆਂ ਜਾਣੀਆਂ ਤੇ ਸਿੱਟਾ ਕੋਈ ਨਾ ਨਿਕਲਣਾ, ਇਹ ਵੀ ਮੋਦੀ ਸਰਕਾਰ ਦੇ ਉੱਤੇ ਪ੍ਰੈਸ਼ਰ ਪਾਉਣ ਵਾਲੀ ਗੱਲ ਹੈ। ਸੋ ਵਕਤ ਦੱਸੂਗਾ ਆਉਂਦੇ ਸਮੇਂ ਦੇ ਵਿੱਚ ਬਣਦਾ ਕੀ ਹੈ। ਪਰ ਕਿਸਾਨ ਆਗੂਆਂ ਦੇ ਹੌਸਲੇ ਬੁਲੰਦ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੇਸ਼ੱਕ ਸਾਡੇ ਹੁਣ ਤੱਕ 60 ਦੇ ਕਰੀਬ ਕਿਸਾਨ ਸਾਥੀ ਮੌਤ ਦੀ ਬੁੱਕਲ 'ਚ ਗਏ ਆ, ਪਰ ਜੇਕਰ ਸਾਡੀ 1-2 ਹਜ਼ਾਰ ਦੀ ਇਹ ਬਲੀ ਵੀ ਲੈਣੀ ਚਾਹੁੰਦੇ ਆ ਤਾਂ ਵੀ ਦੇਣ ਨੂੰ ਤਿਆਰ ਹਾਂ ਅਸੀਂ, ਪਰ ਅਸੀਂ ਖੇਤੀ ਕਾਨੂੰਨ ਵਾਪਸ ਕਰਵਾਏ ਤੋਂ ਬਿਨਾਂ
ਵਾਪਸ ਨਹੀਂ ਪਰਤਣਾ ਆਪਣੇ ਘਰਾਂ ਨੂੰ। ਭਾਰਤ ਦੇ ਪ੍ਰਧਾਨ ਮੰਤਰੀ ਨੇ ਹੁਣ ਖੇਤੀ ਕਾਨੂੰਨਾਂ ਦਾ ਮਸਲਾ ਜਿਹੜਾ ਉਹ ਆਪਣੇ ਹੱਥ ਦੇ ਵਿੱਚ ਲਿਆ। ਜਿਹੜਾ ਇਹ ਕਿਸਾਨ ਅੰਦੋਲਨ ਚੱਲ ਰਿਹਾ, ਜਿਹਦੇ ਕਰਕੇ ਪੰਜਾਬ ਦੇ ਵਿੱਚ ਬੀਜੇਪੀ ਦੇ ਆਗੂਆਂ ਦਾ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਬੇਹੱਦ ਔਖਾ ਹੋਇਆ ਪਿਆ, ਇਸ ਮਾਮਲੇ ਨੂੰ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਲੈ ਲਿਆ। ਲੰਘੇ ਕੱਲ੍ਹ ਭਾਰਤ ਦੇ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਦੋ ਨੇਤਾਵਾਂ, ਬੀਜੇਪੀ ਦੇ ਦੋ ਨੇਤਾਵਾਂ ਹਰਜੀਤ ਸਿੰਘ ਗਰੇਵਾਲ ਜਿਹੜੇ ਕਿ ਵਿਵਾਦਤ ਆਗੂ ਨੇ, ਜਿਨ੍ਹਾਂ ਦੇ ਵੱਲੋਂ ਕਈ ਤਰ੍ਹਾਂ ਦੇ ਬਿਆਨ ਦਿੱਤੇ ਗਏ ਜਿਹਦੇ ਕਰਕੇ ਉਹਨਾਂ ਨੇ ਪਿੰਡ ਦੇ ਵਿੱਚ ਹੀ ਵਿਰੋਧ ਹੋਇਆ, ਤੇ ਸੁਰਜੀਤ ਕੁਮਾਰ ਜਿਆਣੀ ਜਿਹੜੇ ਕਿ ਬੀਜੇਪੀ ਦੇ ਸੀਨੀਅਰ ਆਗੂ ਨੇ, ਉਹਨਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ। ਹਾਲ ਚਾਲ ਪੁੱਛਿਆ ਗਿਆ ਵੀ ਪੰਜਾਬ ਦੇ ਵਿੱਚ ਕੀ ਚੱਲ ਰਿਹਾ, ਕੀ ਤੁਸੀਂ ਮੰਨਦੇ ਹੋ ਜੀ ਕਿ ਖੇਤੀ ਕਾਨੂੰਨਾਂ ਦੇ ਮੁਤਲਕ ਰਾਏ ਆ, ਕੀ ਇਸ ਮਸਲੇ ਦੇ ਵਿੱਚ ਸੰਭਾਵਨਾ ਨਿਕਲ ਸਕਦੀ ਹੈ, ਕੀ ਇਸ ਮਸਲੇ ਦੇ ਹੱਲ ਨਿਕਲ ਸਕਦੇ ਆ, ਕੀ ਤੁਸੀਂ ਦੂਰ ਰੱਸੀ ਸਿੱਟਾ ਕੱਢਦੇ ਹੋ ਇਸ ਗੱਲ ਦਾ, ਤੇ ਕੀ ਸਾਨੂੰ ਖੇਤੀ ਕਾਨੂੰਨਾਂ ਦੇ ਮੁਤਲਕ ਕੋਈ ਮੋੜ ਕੱਟਣਾ ਚਾਹੀਦਾ ਜਾਂ ਨਹੀਂ ਕੱਟਣਾ ਚਾਹੀਦਾ। ਕਿਉਂਕਿ ਇਸ ਵਕਤ ਜਦੋਂ ਕੇਂਦਰ ਦੇ 3 ਮੰਤਰੀ ਹਰ ਮੀਟਿੰਗ ਦੇ ਵਿੱਚ ਆਉਂਦੇ ਆ ਤੇ ਸਿੱਟਾ ਕੋਈ ਨਿਕਲਦਾ ਨਹੀਂ, ਪ੍ਰਣਾਲਾ ਉੱਥੇ ਦਾ ਉੱਥੇ ਰਹਿ ਜਾਂਦਾ। ਇਸ ਕਰਕੇ ਮੰਨਣ ਦੇ ਵਿੱਚ ਇਹ ਗੱਲ ਆਈ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਤੇ ਅਮਿਤ ਸ਼ਾਹ ਜਿਹੜੇ ਕਿ ਗ੍ਰਹਿ ਵਿਭਾਗ ਦੇ ਮੰਤਰੀ ਆ, ਉਹਨਾਂ ਨੇ ਇਸ ਸਾਰੇ ਮਾਮਲੇ ਨੂੰ ਆਪਣੇ ਨਾਲ ਜੋੜ ਲਿਆ। ਉਹਨਾਂ ਦੇ ਵੱਲੋਂ ਹੁਣ ਇਸ ਮਾਮਲੇ ਦੇ ਉੱਤੇ ਨਿਗਰਾਨੀ ਕੀਤੀ ਜਾ ਰਹੀ ਹੈ, ਯਾਨੀ ਕਿ ਪੈਰਵੀ ਕੀਤੀ ਜਾ ਰਹੀ ਹੈ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਕਿ ਹੁਣ ਸਾਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ। ਹੁਣ ਇਹ ਆਉਂਦੇ ਸਮੇਂ ਦੇ ਵਿੱਚ ਪਤਾ ਲੱਗੂਗਾ ਵੀ ਸੁਰਜੀਤ ਕੁਮਾਰ ਜਿਆਣੀ ਤੇ ਹਰਜੀਤ ਗਰੇਵਾਲ ਨੇ ਕਿਹੜੀਆਂ ਗੱਲਾਂ ਕਹੀਆਂ। ਉਹਨਾਂ ਨੇ ਕੀ ਆਖਿਆ ਜੀ ਕਿ ਪੰਜਾਬ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ। ਪਰ ਇਹ ਗੱਲ ਪੱਕੀ ਹੈ ਬਈ ਜਿਸ ਤਰੀਕੇ ਨਾਲ ਬੀਜੇਪੀ ਦੇ ਨੇਤਾਵਾਂ ਦਾ ਘਰਾਂ ਦੇ ਵਿੱਚੋਂ ਪੰਜਾਬ ਦੇ ਅੰਦਰ ਨਿਕਲਣਾ ਦੁੱਭਰ ਹੋਇਆ ਪਿਆ ਤੇ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ, ਉਹਦੇ ਮੱਦੇਨਜ਼ਰ ਵੱਡਾ ਫੈਸਲਾ ਲੈਣਾ ਸਮੇਂ ਦੀ ਜ਼ਰੂਰਤ ਬਣ ਸਕਦੀ ਹੈ। ਜੇਕਰ ਬੀਜੇਪੀ ਇਹ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਅਸੀਂ ਕੁਝ ਕਰਨਾ, ਉਹ ਵੀ 2022 ਦੇ ਮੱਦੇਨਜ਼ਰ, ਤਾਂ ਫਿਰ ਅੜੀਆਂ ਛੱਡਣੀਆਂ ਪੈਣਗੀਆਂ, ਫਿਰ ਗੱਲ ਮੰਨਣੀ ਪਊਗੀ। ਤੇ ਡਰ ਇਸ ਗੱਲ ਦਾ ਬੀਜੇਪੀ ਦੇ ਸੀਨੀਅਰ ਨੇਤਾਵਾਂ ਨੂੰ ਸਤਾ ਰਿਹਾ ਵੀ ਜੇਕਰ ਅਸੀਂ ਕਿਸਾਨਾਂ ਦੀ ਮੰਗ ਮੰਨ ਲਈ ਤਾਂ ਫਿਰ ਉਸ ਤੋਂ ਬਾਅਦ ਕਿਤੇ CAA ਦਾ ਮਾਮਲਾ ਨਾ ਉੱਠ ਖੜੇ, ਫਿਰ ਧਾਰਾ 370 ਤੋੜਨ ਦਾ ਮਾਮਲਾ ਨਾ ਉੱਠ ਖੜੇ। ਇਸ ਕਰਕੇ ਵੀ ਉਹ ਅੰਦਰੋਂ ਡਰਦੇ ਆ ਵੀ ਕਿਤੇ ਇਹ ਨਾ ਹੋਵੇ ਇੱਕ ਨਵਾਂ ਇਕੱਠ ਸ਼ੁਰੂ ਹੋ ਜੇ। ਇਸ ਕਰਕੇ ਉਹ ਚਾਹੁੰਦੇ ਆ ਕਿ ਪੱਲਾ ਛਡਵਾ ਲਈਏ ਇਸ ਮਾਮਲੇ ਦੇ ਵਿੱਚੋਂ, ਪਰ ਛਡਵਾਉਣ ਕਿਵੇਂ, ਉਹਨਾਂ ਨੂੰ ਕੋਈ ਫੁਰਨਾ ਨਹੀਂ ਫੁਰ ਰਿਹਾ, ਕੋਈ ਗੱਲ ਸੁੱਝ ਨਹੀਂ ਰਹੀ, ਔੜ ਨਹੀਂ ਰਹੀ। ਪ੍ਰਧਾਨ ਮੰਤਰੀ ਮੋਦੀ ਹੋਰਾਂ ਦੇ ਵੱਲੋਂ ਜਿਹੜੀ ਮੀਟਿੰਗ ਕੀਤੀ ਗਈ ਆ ਪੰਜਾਬ ਦੇ ਦੋ ਆਗੂਆਂ ਦੇ ਨਾਲ ਨਿੱਜੀ ਤੌਰ ਦੇ ਉੱਤੇ, ਇਹਦੇ ਬਹੁਤ ਵੱਡੇ ਸੰਕੇਤ ਆ ਕਿ ਹੁਣ ਉਹਨਾਂ ਨੂੰ ਇਹ ਜਾਪਦਾ ਜੀ ਕਿ ਇਹ 3 ਕੇਂਦਰੀ ਮੰਤਰੀ ਜਿਹੜੇ ਮੀਟਿੰਗਾਂ ਕਰਦੇ ਆ, ਇਹਨਾਂ ਦੇ ਵੱਸ ਦੀ ਗੱਲ ਨਹੀਂ ਤੇ ਮਾਮਲਾ ਸਾਨੂੰ ਆਪਣੇ ਹੱਥ ਦੇ ਵਿੱਚ ਲੈਣਾ ਚਾਹੀਦਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕੇਂਦਰ ਦੀ ਸਰਕਾਰ ਛੇਤੀ ਹੀ ਖੇਤੀ ਕਾਨੂੰਨਾਂ ਮੁਤਲਕ ਵੱਡਾ ਫੈਸਲਾ ਲੈਣ ਜਾ ਰਹੀ ਹੈ। ਇਸ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਲੰਘੇ ਕੱਲ੍ਹ 2 ਸੀਨੀਅਰ ਨੇਤਾਵਾਂ ਦੇ ਨਾਲ ਮੀਟਿੰਗ ਕੀਤੀ ਹੈ। ਇਹਨਾਂ ਦੇ ਵਿੱਚ ਦੋਵੇਂ ਨੇਤਾ ਬੀਜੇਪੀ ਦਾ ਸਿੱਖ ਚਿਹਰਾ ਹਰਜੀਤ ਸਿੰਘ ਗਰੇਵਾਲ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਖੜਨ ਵਾਲੇ ਸੁਰਜੀਤ ਕੁਮਾਰ ਜਿਆਣੀ ਨੇ। ਮੰਨਿਆ ਜਾ ਰਿਹਾ ਕਿ ਖੇਤੀ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਦੀ ਜ਼ਿੱਦ ਤੋਂ ਜਿਆਣੀ ਖੁਸ਼ ਨਹੀਂ ਨੇ। ਉਹ ਪਹਿਲਾਂ ਵੀ ਇਸ ਬਾਰੇ ਜਨਤਕ ਤੌਰ ਦੇ ਉੱਤੇ ਕਹਿ ਚੁੱਕੇ ਨੇ। ਦੂਜੇ ਪਾਸੇ ਬੀਜੇਪੀ ਦਾ ਸਿੱਖ ਚਿਹਰਾ ਹੋਣ ਕਰਕੇ ਹਰਜੀਤ ਗਰੇਵਾਲ ਨੂੰ ਵੀ ਕਾਫੀ ਦਿੱਕਤ ਆ ਰਹੀ ਹੈ। ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਖਿਲਾਫ ਮੁਹਿੰਮ ਵਿੱਢੀ ਗਈ ਹੈ। ਇਸ ਲਈ ਮੋਦੀ ਖੁਦ ਇਹਨਾਂ ਦੋਹਾਂ ਲੀਡਰਾਂ ਦੇ ਕੋਲੋਂ ਜ਼ਮੀਨੀ ਹਕੀਕਤ ਜਾਣਨੀ ਚਾਹੁੰਦੇ ਸਨ। ਕਾਬਲੇ ਗੌਰ ਹੈ ਕਿ ਪੰਜਾਬ ਦੇ ਵਿੱਚ 32 ਕਿਸਾਨ ਜਥੇਬੰਦੀਆਂ ਦੇ ਵੱਲੋਂ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ 3 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਕੀਤੇ ਜਾ ਰਹੇ ਅੰਦੋਲਨ ਦਾ ਸਭ ਤੋਂ ਵੱਧ ਸੇਕ ਬੀਜੇਪੀ ਨੂੰ ਲੱਗਿਆ। ਸੂਬੇ ਦੇ ਵਿੱਚ ਬੀਜੇਪੀ ਨੇਤਾਵਾਂ ਵਿਰੁੱਧ ਕਿਸਾਨਾਂ ਵਿੱਚ ਰੋਹ ਵੱਧਦਾ ਹੀ ਜਾ ਰਿਹਾ ਤੇ ਬੀਜੇਪੀ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦੇ ਮਾਮਲੇ ਦੇ ਉੱਤੇ ਪਾਰਟੀ ਹਾਈਕਮਾਨ ਇਸ ਵਕਤ ਬੇਹੱਦ ਪਰੇਸ਼ਾਨ ਚੱਲ ਰਹੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਪੰਜਾਬ ਦੇ ਜਿਹੜੇ 2 ਨੇਤਾਵਾਂ ਦੇ ਨਾਲ ਮੀਟਿੰਗ ਕੀਤੀ ਆ ਭਾਰਤ ਦੇ ਪ੍ਰਧਾਨ ਮੰਤਰੀ ਨੇ, ਸਾਨੂੰ ਆਸ ਹੈ ਇਸ ਗੱਲ ਦੀ ਕਿ ਉਹਨਾਂ ਨੇ ਪੰਜਾਬ ਦੀ ਅਸਲ ਸਥਿਤੀ ਬਿਆਨ ਕੀਤੀ ਹੋਊਗੀ, ਖੇਤਾਂ ਦੇ ਨਾਲ ਜੁੜੇ ਲੋਕਾਂ ਦੀ ਅਸਲ ਕਹਾਣੀ ਦੱਸੀ ਹੋਊਗੀ ਤੇ ਇਹ ਗੱਲ ਸ਼ਾਇਦ ਬਿਆਨ ਕੀਤੀ ਹੋਵੇ ਕਿ ਇਹ ਕਿਸੇ ਪਾਰਟੀ ਦੇ ਵੱਲੋਂ ਤਿਆਰ ਕੀਤਾ ਗਿਆ ਅੰਦੋਲਨ ਨਹੀਂ, ਇਹ ਜਨ ਅੰਦੋਲਨ ਹੈ, ਇਹ ਲੋਕ ਅੰਦੋਲਨ ਹੈ, ਇਹ ਪੂਰੇ ਭਾਰਤ ਦਾ ਅੰਦੋਲਨ ਬਣ ਗਿਆ। ਭਾਵੇਂ ਇਹਦੀ ਜਿਹੜੀ ਚਿਣਗ ਆ ਉਹ ਪੰਜਾਬ ਦੇ ਵਿੱਚ ਲੱਗੀ, ਇਹਦੀ ਜਿਹੜੀ ਜਾਗ ਆ ਪੰਜਾਬ ਦੇ ਵਿੱਚੋਂ ਲੱਗੀ, ਪਰ ਇਸ ਵਕਤ ਪੂਰੇ ਦੇਸ਼ ਦੇ ਵਿੱਚ ਜਾਗ ਲੱਗੀ ਹੋਈ ਹੈ। ਇਸ ਕਰਕੇ ਸ਼ਾਇਦ ਉਹਨਾਂ ਨੇ ਸਹੀ ਸਥਿਤੀ ਬਿਆਨ ਕੀਤੀ ਹੋਵੇ। ਦੂਜੀ ਮਹੱਤਵਪੂਰਨ ਗੱਲ ਇਹ ਹੈਗੀ ਹੈ ਕਿ ਹਰਜੀਤ ਸਿੰਘ ਗਰੇਵਾਲ ਜਿਹੜੇ ਕਿ ਬੀਜੇਪੀ ਦੇ ਸੀਨੀਅਰ ਨੇਤਾ ਨੇ, ਉਹਨਾਂ ਨੇ ਲੰਘੇ ਵੇਲੇ ਦੇ ਵਿੱਚ ਕਈ ਇਹੋ ਜਿਹੇ ਬਿਆਨ ਦਿੱਤੇ ਆ ਜਿਹਦੇ ਕਰਕੇ ਲੋਕਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਵਿਰੋਧ ਛਾਇਆ ਹੋਇਆ। ਉਹਨਾਂ ਨੂੰ ਇਹੋ ਜਿਹੇ ਬੋਲ ਕਬੋਲ ਨਹੀਂ ਕਰਨੇ ਚਾਹੀਦੇ ਜਾਂ ਤਿੱਖੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ। ਉਹਨਾਂ ਨੂੰ ਚਾਹੀਦਾ ਜੀ ਕਿ ਉਹ ਪੰਜਾਬ ਪੱਖੀ ਰਹਿਣ। ਉਹਨਾਂ ਨੂੰ ਚਾਹੀਦਾ ਕਿ ਜੇਕਰ ਕੇਂਦਰ ਦੀ ਸਰਕਾਰ ਕਿਤੇ ਗਲਤ ਕਰਦੀ ਹੈ ਤਾਂ ਉਹਨੂੰ ਗਲਤ ਕਹਿਣ, ਜੇਕਰ ਸਹੀ ਕਰਦੀ ਹੈ ਤਾਂ ਸਹੀ ਕਹਿਣ। ਉਹ ਪੰਜਾਬ ਦੇ ਵਿੱਚ ਰਹਿੰਦੇ ਆ, ਪੰਜਾਬ ਦੀ ਆਬੋ ਹਵਾ 'ਚ ਸਾਹ ਲੈਂਦੇ ਆ, ਉਹਨਾਂ ਨੇ ਪੰਜਾਬ ਦੇ ਵਿੱਚ ਖੇਤੀਬਾੜੀ ਕੀਤੀ ਆ, ਉਹਨਾਂ ਦੀ ਖੇਤੀਬਾੜੀ ਇਸ ਵਕਤ ਠੇਕੇ ਦੇ ਉੱਤੇ ਆ। ਪਰ ਇੱਕ ਹੋਰ ਬੜੀ ਮਹੱਤਵਪੂਰਨ ਗੱਲ ਹੈ, ਪੁਲਿਸ ਦੇ ਵੱਲੋਂ 3 ਨੌਜਵਾਨ ਜਿਹੜੇ ਕਿ ਧਨੌਲਾ ਪਿੰਡ ਦੇ ਆ, ਉਹਨਾਂ ਦੇ ਉੱਤੇ ਪਰਚੇ ਦਰਜ ਕਰਕੇ ਅੰਦਰ ਕਰ ਦਿੱਤਾ ਗਿਆ। ਇਸ ਕਰਕੇ ਕਹਿੰਦੇ ਜੀ ਇਹ ਹਰਜੀਤ ਸਿੰਘ ਗਰੇਵਾਲ ਦੇ ਖਿਲਾਫ ਅਫਵਾਹਾਂ ਫੈਲਾਉਂਦੇ ਆ। ਹਰਜੀਤ ਸਿੰਘ ਗਰੇਵਾਲ ਦੇ ਬਾਬਤ ਇਹ ਗੱਲਾਂ ਉੱਠੀਆਂ ਸੀ ਕਿ ਪਿੰਡ ਦੇ ਵਿੱਚ ਕੋਈ ਵੀ ਉਹਨਾਂ ਦੀ ਜ਼ਮੀਨ ਠੇਕੇ ਦੇ ਉੱਤੇ ਨਹੀਂ ਲਊਗਾ।
ਉਹਨਾਂ ਦਾ ਬਾਈਕਾਟ ਕੀਤਾ ਜਾਊਗਾ ਸਮਾਜਿਕ ਤੌਰ ਦੇ ਉੱਤੇ, ਉਹਨਾਂ ਦੇ ਨਾਲ ਕੋਈ ਸਾਂਝ ਨਹੀਂ ਰੱਖੀ ਜਾਊਗੀ। ਪੁਲਿਸ ਨੇ 3 ਜਣਿਆਂ ਦੇ ਉੱਤੇ ਪਰਚਾ ਦਰਜ ਕਰ ਲਿਆ ਵੀ ਇਹਨਾਂ ਨੇ ਹੀ ਸਾਰਿਆਂ ਨੂੰ ਉਕਸਾਇਆ, ਇਹਨਾਂ ਨੇ ਹੀ ਹਰਜੀਤ ਗਰੇਵਾਲ ਦੇ ਖਿਲਾਫ ਨਾਅਰੇ ਲਿਖੇ ਆ ਤੇ ਬੋਲੇ ਆ। ਹੁਣ ਇਸ ਮਾਮਲੇ ਦੇ ਉੱਤੇ ਜਦੋਂ ਧਨੌਲੇ ਦੇ ਥਾਣੇ ਦੇ ਵਿੱਚ ਇਹ ਸਾਰੀ ਕਾਰਵਾਈ ਹੋਈ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂਆਂ ਦੇ ਵੱਲੋਂ ਧਨੌਲਾ ਥਾਣੇ ਦੇ ਬਾਹਰ ਬੈਠ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਇਹਨਾਂ 3 ਨੌਜਵਾਨਾਂ ਦੇ ਉੱਤੇ ਦਰਜ ਕੀਤੇ ਗਏ ਪਰਚੇ ਰੱਦ ਕੀਤੇ ਜਾਣ ਤੇ ਆਸ ਕਰਨੀ ਬਣਦੀ ਹੈ ਕਿ ਸ਼ਾਇਦ ਇਹ ਪਰਚੇ ਰੱਦ ਹੋਣਗੇ ਵੀ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਕਹੀ ਹੈ ਕਿ ਕੁਝ ਗਲਤ ਨਹੀਂ ਕਿਹਾ, ਪਰ ਜੇਕਰ ਧੱਕਾ ਹੁੰਦਾ ਕਿਸਾਨਾਂ ਦੇ ਨਾਲ ਜਾਂ ਜੇਕਰ ਬੀਜੇਪੀ ਦੇ ਉਹਨਾਂ ਨੇਤਾਵਾਂ ਦੇ ਖਿਲਾਫ ਬੋਲਣ ਦੇ ਉੱਤੇ ਧੱਕਾ ਹੁੰਦਾ, ਜਿਹੜੇ ਬੀਜੇਪੀ ਦੇ ਨੇਤਾ ਇਸ ਵਕਤ ਖੇਤੀ ਕਾਨੂੰਨਾਂ ਦਾ ਪੱਖ ਪੂਰ ਰਹੇ ਆ, ਤਾਂ ਅਸੀਂ ਆਪਣੇ ਲੋਕਾਂ ਨੂੰ ਛਡਵਾਉਣ ਦੇ ਲਈ, ਉਹਨਾਂ ਦੇ ਉੱਤੇ ਦਰਜ ਪਰਚੇ ਰੱਦ ਕਰਵਾਉਣ ਦੇ ਲਈ ਦਿਨ ਰਾਤ ਇੱਕ ਕਰ ਦਿਆਂਗੇ ਤੇ ਸਫਲ ਹੋ ਕੇ ਹੀ ਰਹਾਂਗੇ। ਅਸੀਂ ਲੰਘੇ ਕੱਲ੍ਹ ਇਹ ਖਬਰ ਸਾਂਝੀ ਕੀਤੀ ਸੀ ਕਿ ਰਿਲਾਇੰਸ ਦੇ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਕਿ ਉਹਨਾਂ ਦੀ ਕੰਪਨੀ ਦੇ ਟਾਵਰ ਲਗਾਤਾਰ ਤੋੜੇ ਜਾ ਰਹੇ ਆ, ਪਰ ਸੂਬੇ ਦੀ ਸਰਕਾਰ ਦੇ ਵੱਲੋਂ ਉਨੀ ਉਚੇਚੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿੰਨੀ ਕਿ ਕਰਨੀ ਚਾਹੀਦੀ ਆ। ਇਸ ਮਾਮਲੇ ਦੇ ਉੱਤੇ ਹਾਈ ਕੋਰਟ ਦੇ ਵੱਲੋਂ ਨੋਟਿਸ ਲਿਆ ਗਿਆ, ਪੰਜਾਬ ਦੀ ਸਰਕਾਰ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਤੇ ਉੱਤਰ ਮੰਗਿਆ ਗਿਆ। ਇਹ ਗੱਲ ਕਹੀ ਗਈ ਆ ਪੰਜਾਬ ਦੀ ਸਰਕਾਰ ਦੇ ਵੱਲੋਂ ਕਿ ਜਿਹੜੇ ਵੀ ਮੁਲਜ਼ਮ ਨੇ ਉਹਨਾਂ ਦੇ ਉੱਤੇ ਕਾਰਵਾਈ ਕਰਨਾ ਸਰਕਾਰ ਆਪਣਾ ਫਰਜ਼ ਸਮਝ ਰਹੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਅਸੀਂ ਜ਼ਿਆਦਤੀ ਨਹੀਂ ਹੋਣ ਦੇਵਾਂਗੇ ਤੇ ਅਸੀਂ ਰੋਕਣ ਦੀ ਵੀ ਬਹੁਤ ਕੋਸ਼ਿਸ਼ ਕੀਤੀ ਹੈ। ਪੰਜਾਬ ਦੀ ਸਰਕਾਰ ਨੇ ਆਪਣਾ ਪੱਖ ਜਿਹੜਾ ਪੇਸ਼ ਕਰ ਦਿੱਤਾ ਹੈ, ਪਰ ਕਈ ਲੋਕਾਂ ਦਾ ਇਹ ਕਹਿਣਾ ਹੈਗਾ ਕਿ ਇਸ ਵਕਤ ਰਿਲਾਇੰਸ ਨੂੰ ਜਿੰਨੀ ਤਕਲੀਫ ਹੋ ਰਹੀ ਹੈ, ਕਈ ਲੋਕਾਂ ਦਾ ਇਹ ਕਹਿਣਾ ਕਿ ਜਿਸ ਤਰੀਕੇ ਦੇ ਨਾਲ ਰਿਲਾਇੰਸ ਨੂੰ ਆਪਣੇ ਟਾਵਰਾਂ ਦੀ ਭੰਨ ਤੋੜ ਦਾ ਦੁੱਖ ਹੋ ਰਿਹਾ, ਜੇਕਰ ਇਹਨਾਂ ਦੁੱਖ ਪਹਿਲਾਂ ਹੋਇਆ ਹੁੰਦਾ ਕਿ ਜੇ ਖੇਤ ਖੁੱਸ ਗਏ ਤਾਂ ਕਿਸਾਨਾਂ ਦਾ ਕੀ ਬਣੂਗਾ ਤਾਂ ਫੇਰ ਚੰਗਾ ਹੁੰਦਾ। ਪਰ ਦੂਜਾ ਪੱਖ ਇਹ ਵੀ ਹੈ ਵੀ ਲੰਘੇ ਕੱਲ੍ਹ ਰਿਲਾਇੰਸ ਦੇ ਇੱਕ ਸੀਨੀਅਰ ਅਧਿਕਾਰੀ ਦੇ ਵੱਲੋਂ ਗੱਲ ਕਹੀ ਗਈ ਸੀ ਕਿ ਸਾਡੀ ਕੰਪਨੀ ਦਾ ਕੋਈ ਪ੍ਰੋਗਰਾਮ ਨਹੀਂ ਹੈ ਕਿ ਅਸੀਂ ਕੰਟਰੈਕਟ ਫਾਰਮਿੰਗ ਦੇ ਵਿੱਚ ਪੈਰ ਧਰਗੇ, ਅਸੀਂ ਖੇਤਾਂ ਦੇ ਵਿੱਚੋਂ ਸਿੱਧੀ ਫਸਲ ਚੁੱਕਣ ਦੇ ਹੱਕ ਦੇ ਵਿੱਚ ਵੀ ਨਹੀਂ, ਸਾਡਾ ਇੱਧਰਲੇ ਪਾਸੇ ਬਿਜ਼ਨਸ ਕਰਨ ਦਾ ਕੋਈ ਰੁਝਾਨ ਵੀ ਨਹੀਂ, ਸਾਡੀ ਇਹੋ ਜਿਹੀ ਕੋਈ ਯੋਜਨਾ ਵੀ ਨਹੀਂ, ਪਲੈਨਿੰਗ ਕੋਈ ਹੈ ਨਹੀਂ ਗੀ। ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਕੁਝ ਕਿ ਸਾਡੇ ਵਿਰੋਧੀਆਂ ਦੇ ਵੱਲੋਂ ਕੰਪੀਟੀਟਰ ਨੇ ਜਿਹੜੇ ਸਾਡੇ ਖੇਤਰ ਦੇ, ਉਹਨਾਂ ਦੇ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਸਾਡਾ ਆਰਥਿਕ ਤੌਰ ਦੇ ਉੱਤੇ ਨੁਕਸਾਨ ਕਰਵਾਇਆ ਜਾ ਰਿਹਾ ਤੇ ਪੰਜਾਬ ਦੇ ਵਿੱਚ ਜਿਹੜੇ ਸਾਡੀ ਕੰਪਨੀ ਦੇ ਮੁਲਾਜ਼ਮ ਹੈ ਉਹਨਾਂ ਦੀ ਜਾਨ ਨੂੰ ਵੀ ਖਤਰਾ ਬਣਿਆ ਹੋਇਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੇ 3 ਖੇਤੀਬਾੜੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਦੇ ਵਿਚਕਾਰ ਰਿਲਾਇੰਸ ਕੰਪਨੀ ਦੇ ਸਟੋਰਾਂ, ਪੰਪਾਂ ਤੇ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਵਾਪਰੀਆਂ ਨੇ। ਇਸ ਨੂੰ ਲੈ ਕੇ ਰਿਲਾਇੰਸ ਇੰਡਸਟਰੀਜ਼ ਦੀ ਜੀਓ ਇਨਫੋਕਾਮ ਕੰਪਨੀ ਦੇ ਅਧਿਕਾਰੀ ਯਸ਼ਪਾਲ ਮਿੱਤਲ ਦੇ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਪੰਜਾਬ ਦੇ ਵਿੱਚ ਰਿਲਾਇੰਸ ਜੀਓ ਦੇ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿੱਚ ਦਾਇਰ ਪਟੀਸ਼ਨ ਤੇ ਅਦਾਲਤ ਦੇ ਵੱਲੋਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ। ਪੰਜਾਬ ਸਰਕਾਰ ਨੇ ਸੁਣਵਾਈ ਮੌਕੇ ਕਿਹਾ ਕਿ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ 1000 ਤੋਂ ਵੱਧ ਪੈਟਰੋਲਿੰਗ ਪਾਰਟੀਆਂ ਤੇ ਨੋਡਲ ਅਧਿਕਾਰੀ ਨਿਯੁਕਤ ਕੀਤੇ ਨੇ ਤਾਂ ਜੋ ਰਿਲਾਇੰਸ ਦੀ ਜਾਇਦਾਦ ਦਾ ਕੋਈ ਨੁਕਸਾਨ ਨਾ ਹੋਵੇ। ਪੰਜਾਬ ਸਰਕਾਰ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਗੰਭੀਰ ਹੈ। ਸਰਕਾਰ ਨੇ ਕਿਹਾ ਕਿ ਉਹ ਧਿਆਨ ਰੱਖੇਗੀ ਕਿ ਕਿਸੇ ਵੀ ਤਰ੍ਹਾਂ ਦੀ ਜਾਇਦਾਦ ਦਾ ਨੁਕਸਾਨ ਨਾ ਹੋਵੇ ਤੇ ਮੁਲਜ਼ਮਾਂ ਦੇ ਉੱਤੇ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ। ਸਰਕਾਰ ਦੇ ਜਵਾਬ ਤੇ ਹਾਈ ਕੋਰਟ ਨੇ ਕੇਂਦਰੀ ਗ੍ਰਹਿ ਸਕੱਤਰ, ਪੰਜਾਬ ਦੇ ਗ੍ਰਹਿ ਸਕੱਤਰ, ਡੀਜੀਪੀ ਤੇ ਦੂਰ ਸੰਚਾਰ ਵਿਭਾਗ ਨੂੰ 8 ਫਰਵਰੀ ਨੂੰ ਨੋਟਿਸ ਜਾਰੀ ਕੀਤਾ ਹੈ। ਦੱਸਣਾ ਬਣਦਾ ਕਿ ਕੰਪਨੀ ਨੇ ਉਹਨਾਂ ਖਿਲਾਫ ਕੀਤੇ ਗਏ ਪ੍ਰਚਾਰ ਤੇ ਭੰਨ-ਤੋੜ ਦੀ ਜਾਂਚ ਤੇ ਜਾਇਦਾਦ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪੰਜਾਬ ਦੇ ਵਿੱਚ ਇਹ ਕਾਫੀ ਵੱਡੇ ਪੱਧਰ ਦੇ ਉੱਤੇ ਮੁੱਦਾ ਛਾਇਆ ਹੋਇਆ ਕਿ ਰਿਲਾਇੰਸ ਦਾ ਆਰਥਿਕ ਤੌਰ ਦੇ ਉੱਤੇ ਨੁਕਸਾਨ ਕੀਤਾ ਜਾਂ ਕਰਵਾਇਆ ਜਾ ਰਿਹਾ ਦੇ ਨਾਲ ਅਸੀਂ ਬਿਲਕੁਲ ਨਹੀਂ ਸਹਿਮਤ ਤੇ ਕੀਤਾ ਜਾ ਰਿਹਾ ਇਹ ਪੂਰੀ ਪਲੈਨਿੰਗ ਦੇ ਨਾਲ। ਇਹ ਗੱਲ ਸੱਚੀ ਵੀ ਹੈ ਕਿਉਂਕਿ ਕਿਸਾਨ ਇਸ ਵਕਤ ਅੱਕੇ ਹੋਏ ਆ। ਹਾਲਾਂਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਟਾਵਰਾਂ ਦੀ ਭੰਨ ਤੋੜ ਹੋਵੇ, ਕੋਈ ਨੁਕਸਾਨ ਹੋਵੇ, ਪਰ ਵੱਧ ਤੋਂ ਵੱਧ ਨੰਬਰ ਪੋਰਟ ਕਰਵਾਉਣ ਦੀ ਇਸ ਵਕਤ ਮੁਹਿੰਮ ਚੱਲੀ ਹੋਈ ਹੈ। ਵੱਧ ਤੋਂ ਵੱਧ ਇਸ ਵਕਤ ਰਿਲਾਇੰਸ ਦੇ ਸਮਾਨ ਦਾ ਬਾਈਕਾਟ ਕਰਨ ਦੀ ਗੱਲ ਚੱਲ ਰਹੀ ਹੈ। ਇਸ ਵਕਤ ਬਹੁਤ ਵੱਡੇ ਪੱਧਰ ਦੇ ਉੱਤੇ ਅਡਾਨੀਆਂ ਦੇ ਸਾਈਲੋ ਪਲਾਂਟਾਂ ਦਾ ਵਿਰੋਧ ਕੀਤਾ ਜਾ ਰਿਹਾ, ਪਰ ਇਹ ਕਿੰਨੀ ਕੁ ਦੇਰ ਵਿਰੋਧ ਜਾਰੀ ਰਹੂਗਾ ਵਕਤ ਬਿਆਨ ਕਰੂਗਾ। ਹਾਲ ਦੀ ਘੜੀ ਰਿਲਾਇੰਸ ਨੂੰ ਇਸ ਗੱਲ ਦਾ ਫਿਕਰ ਸਤਾ ਰਿਹਾ ਕਿ ਪੰਜਾਬ ਦੀ ਮੰਡੀ ਹੈ ਜਿਹੜੀ ਉਹਦੇ ਵਿੱਚੋਂ ਅਸੀਂ ਕਿਤੇ ਬਾਹਰ ਨਾ ਹੋ ਜਾਈਏ, ਕਿਉਂਕਿ ਪੰਜਾਬ ਦੇ ਵਿੱਚੋਂ ਉਹਨਾਂ ਨੂੰ ਬਹੁਤ ਸਾਰੀਆਂ ਆਸਾਂ ਆਉਂਦੇ ਸਮੇਂ ਦੇ ਵਿੱਚ ਅੰਬਾਨੀਆਂ ਅਡਾਨੀਆਂ ਨੇ ਪੰਜਾਬ ਦੇ ਵਿੱਚ ਆਪਣੇ ਬਹੁਤ ਵੱਡੇ ਕਾਰੋਬਾਰ ਸਥਾਪਿਤ ਕਰਨੇ ਆ। ਉਹਨਾਂ ਨੂੰ ਇਹ ਜਾਪਦਾ ਕਿ ਪੰਜਾਬ ਇੱਕ ਇਹੋ ਜਿਹਾ ਧੁਰਾ ਜਿਹਦੇ ਕਰਕੇ ਸਾਡੇ ਕਾਰੋਬਾਰ ਦੂਣੇ ਚੌਣੇ ਹੋ ਸਕਦੇ, ਪਰ ਜੇਕਰ ਇੱਦਾਂ ਹੀ ਵਿਰੋਧ ਛਿੜਦਾ ਰਿਹਾ, ਜੇਕਰ ਸਾਡਾ ਨੁਕਸਾਨ ਹੁੰਦਾ ਰਿਹਾ ਤੇ ਲੋਕਾਂ ਦੇ ਚੇਤੇ ਦੇ ਵਿੱਚ ਇਹ ਗੱਲਾਂ ਨੇ ਘਰ ਕਰੀ ਰੱਖਿਆ, ਤਾਂ ਫਿਰ ਸਾਡਾ ਪੰਜਾਬ ਖਿੱਤੇ ਦੇ ਵਿੱਚੋਂ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋ ਵੀ ਰਿਹਾ ਤੇ ਦੂਰ ਰਸੀ ਤੌਰ ਦੇ ਉੱਤੇ ਵੀ ਹੋਣਾ ਕੁਦਰਤੀ ਹੈ। ਸੋ ਇਸੇ ਕਰਕੇ ਪਟੀਸ਼ਨ ਦਾਖਲ ਕੀਤੀ ਗਈ ਹੈ। ਪੰਜਾਬ ਦੀ ਸਰਕਾਰ ਨੇ ਆਪਣਾ ਪੱਖ ਪੇਸ਼ ਕਰਤਾ ਜੀ ਕਿ ਅਸੀਂ ਤਾਂ ਬਹੁਤ ਵੱਡੇ ਪੱਧਰ ਤੇ ਕਾਰਵਾਈ ਕਰ ਰਹੇ ਮੁਲਜ਼ਮਾਂ ਦੇ ਖਿਲਾਫ। ਕੇਂਦਰ ਦੀ ਸਰਕਾਰ ਇਸ ਮੁਤਲਕ ਕੀ ਉੱਤਰ ਦਿੰਦੀ ਹੈ ਵਕਤ ਬਿਆਨ ਕਰੂਗਾ, ਪਰ ਗੱਲ ਇਹ ਹੈ ਕਿ ਇਸ ਵਕਤ ਪੰਜਾਬ ਦੇ ਤੇ ਸਮੁੱਚੇ ਦੇਸ਼ ਦੇ ਕਿਸਾਨ ਨੇ ਜਿਹੜੇ ਉਹ ਆਰਜਾਂ ਪਾਰ ਦੀ ਜੰਗ ਦੇ ਉੱਤੇ ਲੱਗੇ ਹੋਏ ਆ। ਜਦੋਂ ਅਸੀਂ ਇਹ ਪ੍ਰੋਗਰਾਮ ਸਾਂਝਾ ਕਰਨ ਲੱਗੇ ਹਾਂ, ਇਸ ਤੋਂ ਕੁਝ ਕੁ ਮਿੰਟ ਪਹਿਲਾਂ
ਸਾਡੀ ਕੁਝ ਕੁ ਸੱਜਣਾਂ ਦੇ ਨਾਲ ਸਿੰਘੂ ਬਾਰਡਰ ਦੇ ਉੱਤੇ ਗੱਲ ਹੋਈ ਹੈ। ਉਹਨਾਂ ਨੇ ਕਿਹਾ ਜੀ ਕਿ ਮੀਂਹ ਇਸ ਵਕਤ ਵੀ ਪੈ ਰਿਹਾ, ਪਰ ਸਾਨੂੰ ਇਸ ਗੱਲ ਦਾ ਕੋਈ ਡਰ ਨਹੀਂ, ਕੋਈ ਫਿਕਰ ਨਹੀਂ, ਕਿਉਂਕਿ ਅਸੀਂ ਪੋਹ ਮਾਘ ਦੀਆਂ ਰਾਤਾਂ ਨੂੰ ਪਾਣੀ ਲਾਉਣ ਵਾਲੇ ਲੋਕ ਆ। ਅਸੀਂ ਚਿੱਕੜ ਦੇ ਵਿੱਚ ਯਾਨੀ ਕਿ ਕੱਦੂ ਕਰਕੇ ਵਾਹਣ ਦੇ ਵਿੱਚ ਹੀ ਝੋਨਾ ਲਾਉਨੇ ਆ। ਜਿਹੜੀਆਂ ਸਾਡੀਆਂ ਫਸਲਾਂ ਦੇ ਉੱਤੇ ਡਾਕੇ ਪੈਣ ਲੱਗੇ ਆ, ਇਹ ਅਸੀਂ ਚਿੱਕੜ ਦੇ ਵਿੱਚ, ਅਸੀਂ ਪਾਣੀ ਦੇ ਵਿੱਚ ਹੀ ਪੈਦਾ ਕਰਦੇ ਆ ਤੇ ਸਾਨੂੰ ਇਸ ਮੀਂਹ ਦਾ, ਇਸ ਚਿੱਕੜ ਦਾ ਕੋਈ ਡਰ ਨਹੀਂ। ਜੇਕਰ ਕੇਂਦਰ ਦੀ ਸਰਕਾਰ ਇਹ ਸੋਚਦੀ ਹੈ ਕਿ ਸਾਡੇ ਹੌਸਲੇ ਪਸਤ ਹੋ ਜਾਣਗੇ ਤਾਂ ਇਹ ਉਹਦੀ ਗਲਤਫਹਿਮੀ ਆ। ਤੇ ਅਸੀਂ ਜੇਕਰ ਇੱਥੇ ਪਹੁੰਚੇ ਆ, ਜੇਕਰ ਅਸੀਂ ਇੰਨੇ ਦਿਨਾਂ ਤੋਂ ਇੱਥੇ ਡਟੇ ਹੋਏ ਆ, ਜੇਕਰ ਸਾਡੇ ਵੀਰ ਸ਼ਹੀਦ ਹੋ ਰਹੇ ਆ, ਤਾਂ ਸਾਡੇ ਅੰਦਰ ਇੱਕ ਹੋਰ ਗੁੱਸੇ ਦੀ ਚਿੰਗਾੜੀ ਭੜਕ ਰਹੀ ਹੈ ਕਿ ਹੁਣ ਇਨਸਾਫ ਲਏ ਤੋਂ ਬਿਨਾਂ ਅਸੀਂ ਜਾਣਾ ਨਹੀਂ, ਖੇਤੀ ਕਾਨੂੰਨ ਰੱਦ ਕਰਵਾਏ ਤੋਂ ਬਿਨਾਂ ਅਸੀਂ ਟਰੈਕਟਰ ਟਰਾਲੀਆਂ ਵਾਪਸ ਪਿੰਡਾਂ ਦੇ ਵੱਲ ਨਹੀਂ ਮੋੜਨੀਆਂ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।